प्यारे बच्चों, साइंस सोल्यूशन चैनल ਵਿੱਚ ਤੁਹਾਡਾ ਸਵਾਗਤ ਹੈ। मैं हाँ सतनाम सिंह। मैं गवर्नमेंट हाई स्कूल सैदपुर कलां शहीद भगत सिंह नगर विखे साइंस अध्यापक हाँ। प्यारे बच्चों, ਅੱਜ ਦੀ ਇਸ ਵੀਡੀਓ ਵਿੱਚ ਅਸੀਂ 10ਵੀਂ ਕਲਾਸ ਦੇ ਚੈਪਟਰ ਨੰਬਰ 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ ਭਾਵ ਮੈਗਨੇਟਿਜ਼ਮ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ। ਜਦੋਂ ਕਿਸੇ ਵੀ ਚਾਲਕ ਵਿੱਚੋਂ ਬਿਜਲਈ ਧਾਰਾ ਲੰਘਦੀ ਹੈ ਤਾਂ ਉਸ ਚਾਲਕ ਦੇ ਚਾਰੇ ਪਾਸੇ ਭਾਵ ਆਲੇ ਦੁਆਲੇ ਚੁੰਬਕੀ ਪ੍ਰਭਾਵ ਉਤਪੰਨ ਹੋ ਜਾਂਦਾ ਹੈ। ਹੈਂਸ ਕ੍ਰਿਸਚਨ ਔਸਟਡ ਦਾ ਪ੍ਰਯੋਗ। ਪਿਆਰੇ ਬੱਚਿਓ, ਔਸਟਡ ਉਹ ਪਹਿਲਾ ਵਿਗਿਆਨੀ ਸੀ ਜਿਸ ਨੇ ਵਿਗਿਆਨਕ ਤੌਰ 'ਤੇ ਇਹ ਸਿੱਧ ਕੀਤਾ ਸੀ ਕਿ ਬਿਜਲਈ ਧਾਰਾ ਪ੍ਰਵਾਹਿਤ ਹੋਣ 'ਤੇ ਕਿਸੇ ਚਾਲਕ ਦੇ ਚਾਰੇ ਪਾਸੇ ਚੁੰਬਕੀ ਖੇਤਰ ਉਤਪੰਨ ਹੋ ਜਾਂਦਾ ਹੈ। ਪਿਆਰੇ ਬੱਚਿਓ, ਤੁਸੀਂ ਇਹ ਡਾਇਗਰਾਮ, ਇਹ ਫਿਗਰ ਦੇਖ ਰਹੇ ਹੋ ਜਿਸ ਵਿੱਚ ਇੱਕ ਚਾਲਕ AB ਦਿੱਤਾ ਗਿਆ ਹੈ ਔਰ ਜਿਸ ਦੇ ਹੇਠਾਂ ਕੰਪਾਸ ਭਾਵ ਚੁੰਬਕੀ ਸੂਈ ਜਿਸ 'ਤੇ N ਅਤੇ S ਲਿਖਿਆ ਹੋਇਆ ਹੈ ਰੱਖੀ ਹੋਈ ਹੈ। ਇਸ ਨੂੰ ਬੈਟਰੀ ਦੇ ਨਾਲ ਜੋੜਿਆ ਗਿਆ ਹੈ। ਬੈਟਰੀ ਦੇ ਵਿੱਚ 2 ਸੈੱਲ ਨਜ਼ਰ ਆ ਰਹੇ ਹਨ ਅਤੇ ਇਸ ਨੂੰ ਇੱਕ ਕੀ ਦੇ ਨਾਲ ਜੋੜਿਆ ਗਿਆ ਹੈ। ਜਦੋਂ ਇਸ ਚਾਲਕ ਦੇ ਵਿੱਚੋਂ ਬਿਜਲਈ ਕਰੰਟ, ਬਿਜਲਈ ਧਾਰਾ ਲੰਘਾਈ ਜਾਂਦੀ ਹੈ ਤਾਂ ਚੁੰਬਕੀ ਸੂਈ ਵਿਖੇਪਿਤ ਹੋ ਜਾਂਦੀ ਹੈ। ਇਸ ਚਿੱਤਰ ਵਿੱਚ ਜੇਕਰ ਬਿਜਲਈ ਧਾਰਾ A ਤੋਂ B ਵਾਲੀ ਸਾਈਡ 'ਤੇ ਜਾ ਰਹੀ ਹੈ ਤਾਂ ਚੁੰਬਕੀ ਸੂਈ ਲੈਫਟ ਵਾਲੀ ਸਾਈਡ 'ਤੇ ਖੱਬੇ ਪਾਸੇ ਵਿਖੇਪਿਤ ਹੋਵੇਗੀ ਅਤੇ ਜੇਕਰ ਬਿਜਲਈ ਧਾਰਾ ਦੀ ਦਿਸ਼ਾ ਬਦਲ ਦਿੱਤੀ ਜਾਏ ਭਾਵ ਬਿਜਲਈ ਧਾਰਾ B ਤੋਂ A ਵਾਲੀ ਸਾਈਡ 'ਤੇ ਜਾਏ ਤਾਂ ਚੁੰਬਕੀ ਸੂਈ ਦੱਖਣ ਵੱਲ ਵਿਖੇਪਿਤ ਹੋ ਜਾਂਦੀ ਹੈ। ਚੁੰਬਕੀ ਸੂਈ ਦੇ ਵਿਖੇਪਣ ਦੀ ਦਿਸ਼ਾ ਦਾ ਪਤਾ ਹੇਠ ਲਿਖੇ ਨਿਯਮ ਅਨੁਸਾਰ ਲਗਾਇਆ ਜਾ ਸਕਦਾ ਹੈ। ਇਹ ਨਿਯਮ ਹੈ ਸਨੋ ਦਾ ਨਿਯਮ, ਜਿਸ ਅਨੁਸਾਰ ਜੇਕਰ ਬਿਜਲਈ ਧਾਰਾ ਸਾਊਥ ਤੋਂ ਨਾਰਥ ਵਾਲੀ ਸਾਈਡ 'ਤੇ ਭਾਵ ਦੱਖਣ ਤੋਂ ਉੱਤਰ ਵਾਲੀ ਸਾਈਡ 'ਤੇ ਜਾ ਰਹੀ ਹੋਵੇ ਅਤੇ ਚਾਲਕ ਚੁੰਬਕੀ ਸੂਈ ਦੇ ਉੱਪਰ ਪਿਆ ਹੋਵੇ ਤਾਂ ਇਸ ਦੀ ਡਿਫਲੈਕਸ਼ਨ ਭਾਵ ਚੁੰਬਕੀ ਸੂਈ ਦਾ ਵਿਖੇਪਣ ਵੈਸਟ ਵਾਲੀ ਸਾਈਡ 'ਤੇ ਹੋਵੇਗਾ। ਇਸ ਨੂੰ ਐਂਪੀਅਰ ਦੀ ਤੈਰਾਕੀ ਨਿਯਮ ਦੇ ਨਾਲ ਵੀ ਯਾਦ ਰੱਖਿਆ ਜਾ ਸਕਦਾ ਹੈ। ਇਸ ਵਿੱਚ ਇਹ ਯਾਦ ਰੱਖਣ ਯੋਗ ਹੈ ਕਿ ਜਿਸ ਦਿਸ਼ਾ ਵਿੱਚ ਕਰੰਟ ਵਗ ਰਿਹਾ ਹੁੰਦਾ ਹੈ ਉਸ ਦਿਸ਼ਾ ਵਿੱਚ ਸਿਰ ਹੋਣਾ ਚਾਹੀਦਾ ਹੈ, ਭਾਵ ਕਿ ਬਿਜਲਈ ਧਾਰਾ ਦੀ ਦਿਸ਼ਾ ਪੈਰਾਂ ਵੱਲੋਂ ਦਾਖਲ ਹੋਣੀ ਚਾਹੀਦੀ ਹੈ ਅਤੇ ਸਿਰ ਵਾਲੀ ਸਾਈਡ ਤੋਂ ਨਿਕਲਣੀ ਚਾਹੀਦੀ ਹੈ ਤਾਂ ਚੁੰਬਕੀ ਸੂਈ ਦਾ ਵਿਖੇਪਣ ਤੈਰਾਕ ਦੇ ਖੱਬੇ ਪਾਸੇ ਵੱਲ ਨੂੰ ਹੋਵੇਗਾ। ਚੁੰਬਕੀ ਖੇਤਰ ਅਤੇ ਚੁੰਬਕੀ ਖੇਤਰ ਰੇਖਾਵਾਂ। ਪਿਆਰੇ ਬੱਚਿਓ, ਕਿਸੇ ਵੀ ਚੁੰਬਕ ਦੇ ਆਲੇ ਦੁਆਲੇ ਅਜਿਹਾ ਖੇਤਰ ਬਣ ਜਾਂਦਾ ਹੈ ਜਿਸ ਵਿੱਚ ਉਸ ਚੁੰਬਕ ਦਾ ਪ੍ਰਭਾਵ ਦਿਖਾਈ ਦਿੰਦਾ ਹੈ। ਉਸ ਨੂੰ ਚੁੰਬਕੀ ਖੇਤਰ ਕਿਹਾ ਜਾਂਦਾ ਹੈ। ਚੁੰਬਕੀ ਖੇਤਰ ਇੱਕ ਅਜਿਹੀ ਰਾਸ਼ੀ ਹੈ ਜਿਸ ਦਾ ਪਰਿਮਾਣ ਭਾਵ ਮੈਗਨੀਚਿਊਡ ਅਤੇ ਦਿਸ਼ਾ ਭਾਵ ਡਾਇਰੈਕਸ਼ਨ ਦੋਵੇਂ ਹੁੰਦੇ ਹਨ। ਚੁੰਬਕੀ ਬਲ ਰੇਖਾਵਾਂ ਦੇ ਗੁਣ। ਚੁੰਬਕੀ ਖੇਤਰ ਰੇਖਾਵਾਂ ਚੁੰਬਕ ਦੇ ਉੱਤਰੀ ਧਰੁਵ ਤੋਂ ਪ੍ਰਗਟ ਹੁੰਦੀਆਂ ਹਨ ਅਤੇ ਦੱਖਣੀ ਧਰੁਵ ਵਿੱਚ ਵਿਲੀਨ ਹੋ ਜਾਂਦੀਆਂ ਹਨ, ਪਰੰਤੂ ਇਹ ਚੁੰਬਕ ਦੇ ਬਾਹਰ ਵੱਲ ਹੁੰਦਾ ਹੈ, ਜਦਕਿ ਚੁੰਬਕ ਦੇ ਅੰਦਰ ਚੁੰਬਕੀ ਖੇਤਰ ਰੇਖਾਵਾਂ ਦੀ ਦਿਸ਼ਾ ਇਸ ਦੇ ਦੱਖਣੀ ਧਰੁਵ ਤੋਂ ਸ਼ੁਰੂ ਹੋ ਕੇ ਉੱਤਰੀ ਧਰੁਵ ਵੱਲ ਜਾਂਦੀਆਂ ਹਨ, ਭਾਵ ਕਿ ਚੁੰਬਕੀ ਰੇਖਾਵਾਂ ਇੱਕ ਬੰਦ ਵਕਰ ਹੁੰਦੀਆਂ ਹਨ। ਚੁੰਬਕੀ ਖੇਤਰ ਦੀ ਸਾਪੇਖਿਕ ਪ੍ਰਬਲਤਾ
ਭਾਵ ਸਟਰੈਂਥ ਨੂੰ ਰੇਖਾਵਾਂ ਦੀ ਨੇੜਤਾ ਦੇ ਦਰਜੇ ਅਨੁਸਾਰ ਦਰਸਾਇਆ ਜਾਂਦਾ ਹੈ। ਇਸ ਨੂੰ ਸਰਲ ਭਾਸ਼ਾ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜਿੰਨੀਆਂ ਨੇੜੇ ਚੁੰਬਕੀ ਬਲ ਰੇਖਾਵਾਂ ਹੋਣਗੀਆਂ ਉਸ ਖੇਤਰ ਵਿੱਚ ਚੁੰਬਕ ਦੀ ਪ੍ਰਬਲਤਾ ਉਨੀ ਜ਼ਿਆਦਾ ਹੋਵੇਗੀ। ਅਗਲਾ ਅਤੇ ਬਹੁਤ ਇੰਪੋਰਟੈਂਟ ਪੁਆਇੰਟ ਹੈ, ਦੋ ਚੁੰਬਕੀ ਖੇਤਰ ਰੇਖਾਵਾਂ ਇੱਕ ਦੂਜੇ ਨੂੰ ਨਹੀਂ ਕੱਟਦੀਆਂ। ਜੇਕਰ ਉਹ ਅਜਿਹਾ ਕਰਨ ਤਾਂ ਇਸ ਦਾ ਅਰਥ ਹੈ ਕਿ ਉਸ ਕਾਟ ਬਿੰਦੂ 'ਤੇ ਕੰਪਾਸ ਭਾਵ ਦਿਸ਼ਾ ਸੂਚਕ ਦੋ ਦਿਸ਼ਾਵਾਂ ਵੱਲ ਸੰਕੇਤ ਕਰੇਗੀ, ਜੋ ਕਿ ਅਜਿਹਾ ਪੋਸੀਬਲ ਜਾਂ ਸੰਭਵ ਨਹੀਂ ਹੁੰਦਾ। ਅਗਲਾ ਪੁਆਇੰਟ ਹੈ, ਸਿੱਧੇ ਚਾਲਕ ਵਿੱਚੋਂ ਬਿਜਲਈ ਧਾਰਾ ਪ੍ਰਵਾਹਿਤ ਹੋਣ ਕਾਰਨ ਚੁੰਬਕੀ ਖੇਤਰ। ਪਿਆਰੇ ਬੱਚਿਓ, ਇਹ ਅਸੀਂ ਹੁਣ ਜਾਣਕਾਰੀ ਪ੍ਰਾਪਤ ਕਰ ਚੁੱਕੇ ਹਾਂ ਕਿ ਜੇਕਰ ਕਿਸੇ ਚਾਲਕ ਵਿੱਚੋਂ ਕਰੰਟ ਲੰਘਾਇਆ ਜਾਏ ਜਾਂ ਬਿਜਲਈ ਧਾਰਾ ਲੰਘਾਈ ਜਾਏ ਤਾਂ ਉਸ ਵਿੱਚ ਚੁੰਬਕੀ ਖੇਤਰ ਪੈਦਾ ਹੋ ਜਾਂਦਾ ਹੈ। ਪਰ ਉਸ ਚੁੰਬਕੀ ਖੇਤਰ ਦਾ ਪਤਾ ਕਿਵੇਂ ਲਗਾਇਆ ਜਾ ਸਕਦਾ ਹੈ, ਇਸ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਜਦੋਂ ਬਿਜਲਈ ਤਾਰਾ ਸਿੱਧੀ ਚਾਲਕ ਤਾਰ ਵਿੱਚੋਂ ਲੰਘਦੀ ਹੈ ਤਾਂ ਤਾਰ ਦੇ ਚਾਰੇ ਪਾਸੇ ਚੁੰਬਕੀ ਖੇਤਰ ਸਮਕੇਂਦਰੀ ਚੱਕਰਾਂ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ। ਚੁੰਬਕੀ ਬਲ ਚਾਲਕ ਦੇ ਨੇੜੇ ਵੱਧ ਅਤੇ ਦੂਰ ਜਾਣ 'ਤੇ ਘੱਟ ਹੁੰਦਾ ਹੈ। ਇਹਨਾਂ ਚੁੰਬਕੀ ਬਲ ਰੇਖਾਵਾਂ ਦੀ ਦਿਸ਼ਾ ਦਾ ਪਤਾ ਲਗਾਉਣ ਲਈ ਮੈਕਸਵੈਲ ਦਾ ਸੱਜਾ ਹੱਥ ਅੰਗੂਠਾ ਨਿਯਮ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨਿਯਮ ਅਨੁਸਾਰ ਜੇਕਰ ਅੰਗੂਠਾ ਬਿਜਲਈ ਧਾਰਾ ਵੱਲ ਸੰਕੇਤ ਕਰੇ ਤਾਂ ਮੁੜ ਰਹੀਆਂ ਉਂਗਲਾਂ ਚੁੰਬਕੀ ਰੇਖਾਵਾਂ ਦੀ ਦਿਸ਼ਾ ਵੱਲ ਸੰਕੇਤ ਕਰਦੀਆਂ ਹਨ। ਉਦਾਹਰਨ ਦੇ ਤੌਰ 'ਤੇ ਮੰਨ ਲਓ ਕਿ ਬਿਜਲਈ ਧਾਰਾ ਉੱਪਰ ਤੋਂ ਹੇਠਾਂ ਵੱਲ ਨੂੰ ਵਗ ਰਹੀ ਹੈ ਤਾਂ ਅੰਗੂਠੇ ਦੀ ਦਿਸ਼ਾ ਹੇਠਾਂ ਵੱਲ ਨੂੰ ਹੋਵੇਗੀ ਅਤੇ ਉਂਗਲਾਂ ਦੀ ਦਿਸ਼ਾ ਭਾਵ ਜਿਸ ਸਾਈਡ ਨੂੰ ਉਂਗਲਾਂ ਮੁੜ ਰਹੀਆਂ ਹਨ ਉਸ ਦਿਸ਼ਾ ਵੱਲ ਨੂੰ ਚੁੰਬਕੀ ਖੇਤਰ ਦੀ ਦਿਸ਼ਾ ਹੋਵੇਗੀ। ਭਾਵ ਇਸ ਹਾਲਤ ਵਿੱਚ ਚੁੰਬਕੀ ਖੇਤਰ ਦੀ ਦਿਸ਼ਾ ਕਲੋਕਵਾਈਜ਼ ਹੁੰਦੀ ਹੈ। ਜੇਕਰ ਕਰੰਟ ਬਿਜਲਈ ਧਾਰਾ ਹੇਠਾਂ ਤੋਂ ਉੱਪਰ ਵੱਲ ਨੂੰ ਜਾ ਰਹੀ ਹੈ ਅਤੇ ਅੰਗੂਠਾ ਕਰੰਟ ਦੀ ਦਿਸ਼ਾ ਭਾਵ ਉੱਪਰ ਵੱਲ ਨੂੰ ਸੰਕੇਤ ਕਰ ਰਿਹਾ ਹੈ ਤਾਂ ਮੁੜ ਰਹੀਆਂ ਉਂਗਲਾਂ ਦੀ ਦਿਸ਼ਾ ਐਂਟੀ ਕਲੋਕ ਹੈ, ਭਾਵ ਚੁੰਬਕੀ ਖੇਤਰ ਦੀ ਦਿਸ਼ਾ ਘੜੀ ਦੀ ਸੂਈਆਂ ਦੇ ਉਲਟ ਹੋਵੇਗੀ। ਇਸ ਤਰ੍ਹਾਂ ਮੈਕਸਵੈਲ ਦੇ ਸੱਜੇ ਹੱਥ ਅੰਗੂਠੇ ਨਿਯਮ ਦੇ ਨਾਲ ਕਿਸੇ ਵੀ ਕਰੰਟ ਵਾਹਕ ਚਾਲਕ ਦੇ ਆਲੇ ਦੁਆਲੇ ਉਤਪੰਨ ਹੋਈਆਂ ਚੁੰਬਕੀ ਬਲ ਰੇਖਾਵਾਂ ਦੀ ਦਿਸ਼ਾ ਦਾ ਪਤਾ ਲਗਾਇਆ ਜਾ ਸਕਦਾ ਹੈ। ਚੁੰਬਕੀ ਖੇਤਰ ਰੇਖਾਵਾਂ ਬਿਜਲੀ ਚਾਲਕ ਦੀ ਆਕ੍ਰਿਤੀ ਉੱਪਰ ਨਿਰਭਰ ਕਰਦੀਆਂ ਹਨ। ਬਿਜਲੀ ਤਾਰਾਂ ਵਾਲੇ ਗੋਲਾਕਾਰ ਲੂਪ ਕਾਰਨ ਚੁੰਬਕੀ ਖੇਤਰ। ਬਿਜਲੀ ਤਾਰਾਂ ਵਾਲੇ ਗੋਲਾਕਾਰ ਲੂਪ ਕਾਰਨ ਚੁੰਬਕੀ ਖੇਤਰ ਦਾ ਪਰਿਮਾਣ ਕੀ ਹੁੰਦਾ ਹੈ? ਚਲੋ ਬੱਚਿਓ, ਇਸ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਬਿਜਲੀ ਤਾਰਾ ਦੀ ਪ੍ਰਬਲਤਾ ਦੇ ਸਿੱਧਾ ਅਨੁਪਾਤੀ ਹੁੰਦਾ ਹੈ, ਭਾਵ ਜਿੰਨੀ ਸਟਰੋਂਗ ਬਿਜਲਈ ਤਾਰਾ ਵਰਤੀ ਜਾਂਦੀ ਹੈ ਉਨੀ ਸਟਰੋਂਗ ਚੁੰਬਕ ਪੈਦਾ ਹੁੰਦੀ ਹੈ। ਮਾਪ ਦੀ ਦੂਰੀ ਦੇ ਉਲਟ ਅਨੁਪਾਤ ਹੁੰਦਾ ਹੈ, ਭਾਵ ਚੁੰਬਕੀ ਖੇਤਰ ਰੇਖਾਵਾਂ ਲੰਬਾਈ ਵਧਣ ਦੇ ਨਾਲ ਘਟਦੀਆਂ ਹਨ। ਤਾਰ ਦੇ ਕੁੱਲ ਫੇਰਿਆਂ ਦੇ ਸਿੱਧਾ ਅਨੁਪਾਤੀ ਹੁੰਦਾ ਹੈ। ਇਸ ਤੋਂ ਭਾਵ ਇਹ ਹੈ ਕਿ ਜੇਕਰ ਗੋਲਾਕਾਰ ਲੂਪਾਂ ਦੀ ਗਿਣਤੀ ਵਧਾ ਦਿੱਤੀ ਜਾਏ ਤਾਂ ਚੁੰਬਕੀ ਖੇਤਰ ਵੀ ਵੱਧ ਜਾਂਦਾ ਹੈ। ਅਗਲਾ ਟੌਪਿਕ ਹੈ ਸੋਲੇਨਾਇਡ ਵਿੱਚ ਪ੍ਰਵਾਹਿਤ ਬਿਜਲਈ ਧਾਰਾ ਦੇ ਕਾਰਨ ਚੁੰਬਕੀ ਖੇਤਰ। ਪਿਆਰੇ ਬੱਚੇ, ਸੋਲੇਨਾਇਡ क्या है? ਸੋਲੇਨਾਇਡ ਇੱਕ ਕੁੰਡਲਿਤ ਤਾਰ ਹੈ
ਇੱਕ ਕੁੰਡਲਿਤ ਤਾਰ ਦੀ ਬੇਲਣਾਕਾਰ ਸ਼ਕਲ ਹੈ ਜਿਸ ਵਿੱਚ ਤਾਰ ਦੀ ਬਹੁਤ ਸਾਰੀਆਂ ਕੁੰਡਲੀਆਂ ਮੌਜੂਦ ਹੁੰਦੀਆਂ ਹਨ। ਇਸ ਨੂੰ ਸੋਲੇਨਾਈਡ ਕਿਹਾ ਜਾਂਦਾ ਹੈ। ਜਦੋਂ ਸੋਲੇਨਾਈਡ ਵਿੱਚ ਬਿਜਲਈ ਧਾਰਾ ਲੰਘਦੀ ਹੈ ਤਾਂ ਉਹ ਚੁੰਬਕ ਵਿੱਚ ਬਦਲ ਜਾਂਦੀ ਹੈ। ਇਸ ਦਾ ਇੱਕ ਸਿਰਾ ਉੱਤਰੀ ਧਰੁਵ ਅਤੇ ਦੂਜਾ ਸਿਰਾ ਦੱਖਣੀ ਧਰੁਵ ਵੱਲ ਵਿਵਹਾਰ ਕਰਦਾ ਹੈ। ਸੋਲੇਨਾਈਡ ਦੇ ਅੰਦਰ ਚੁੰਬਕੀ ਖੇਤਰ ਰੇਖਾਵਾਂ ਇਕਸਾਰ ਅਤੇ ਸਮਾਨ ਅੰਤਰ ਹੁੰਦੀਆਂ ਹਨ। ਇੱਕ ਲੰਬੇ ਸੋਲੇਨਾਈਡ ਦੇ ਅੰਦਰ ਚੁੰਬਕੀ ਖੇਤਰ ਘਟ ਜਾਂਦਾ ਹੈ ਜੇਕਰ ਅਸੀਂ ਸਿਰਿਆਂ ਵੱਲ ਜਾਂਦੇ ਹਾਂ, ਕਿਉਂਕਿ ਧਰੁਵਾਂ 'ਤੇ ਚੁੰਬਕੀ ਖੇਤਰ ਰੇਖਾਵਾਂ ਫੈਲ ਜਾਂਦੀਆਂ ਹਨ। ਸੋਲੇਨਾਈਡ ਦੇ ਬਾਹਰ ਚੁੰਬਕੀ ਖੇਤਰ ਇਕਸਾਰ ਨਹੀਂ ਹੁੰਦਾ ਅਤੇ ਕਮਜ਼ੋਰ ਹੁੰਦਾ ਹੈ। ਸੋਲੇਨਾਈਡ ਦੇ ਅੰਦਰ ਚੁੰਬਕੀ ਖੇਤਰ ਰੇਖਾਵਾਂ ਦੱਖਣ ਤੋਂ ਉੱਤਰ ਵੱਲ, ਜਦੋਂ ਕਿ ਸੋਲੇਨਾਈਡ ਦੇ ਬਾਹਰ ਉੱਤਰ ਤੋਂ ਦੱਖਣ ਵੱਲ ਚੱਲਦੀਆਂ ਹਨ। ਸੋਲੇਨਾਈਡ ਦੇ ਅੰਦਰ ਪ੍ਰਬਲ ਚੁੰਬਕੀ ਖੇਤਰ ਦਾ ਉਪਯੋਗ ਕਿਸੇ ਚੁੰਬਕੀ ਪਦਾਰਥ ਜਿਵੇਂ ਨਰਮ ਲੋਹੇ ਨੂੰ ਸੋਲੇਨਾਈਡ ਦੇ ਅੰਦਰ ਰੱਖ ਕੇ ਚੁੰਬਕ ਬਣਾਉਣ ਵਿੱਚ ਕੀਤਾ ਜਾਂਦਾ ਹੈ। ਇਸ ਤਰ੍ਹਾਂ ਪੈਦਾ ਹੋਈ ਚੁੰਬਕ ਨੂੰ ਇਲੈਕਟ੍ਰੋਮੈਗਨੇਟ ਜਾਂ ਬਿਜਲ ਚੁੰਬਕ ਕਿਹਾ ਜਾਂਦਾ ਹੈ। ਚੁੰਬਕੀ ਖੇਤਰ ਵਿੱਚ ਕਿਸੇ ਬਿਜਲਈ ਧਾਰਾ ਵਾਲੇ ਚਾਲਕ ਉੱਤੇ ਬਲ। ਪਿਆਰੇ ਬੱਚਿਓ, ਜਦੋਂ ਕਿਸੇ ਚਾਲਕ ਵਿੱਚੋਂ ਬਿਜਲਈ ਧਾਰਾ ਲੰਘਾਈ ਜਾਂਦੀ ਹੈ ਅਤੇ ਅਜਿਹਾ ਚਾਲਕ ਚੁੰਬਕੀ ਖੇਤਰ ਵਿੱਚ ਰੱਖਿਆ ਜਾਂਦਾ ਹੈ ਤਾਂ ਉਸ 'ਤੇ ਇੱਕ ਬਲ ਲੱਗਦਾ ਹੈ। ਤਾਂ ਉਸ ਬਲ ਦੀ ਦਿਸ਼ਾ ਪਤਾ ਕਰਨ ਲਈ ਫਲੈਮਿੰਗ ਦੇ ਖੱਬੇ ਹੱਥ ਨਿਯਮ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨਿਯਮ ਅਨੁਸਾਰ ਜੇਕਰ ਅੰਗੂਠਾ, ਪਹਿਲੀ ਉਂਗਲ ਅਤੇ ਵਿਚਕਾਰਲੀ ਉਂਗਲ ਅਭਿਲੰਬ ਰੂਪ ਵਿੱਚ ਹੋਣ ਅਤੇ ਵਿਚਕਾਰਲੀ ਉਂਗਲ ਬਿਜਲਈ ਧਾਰਾ ਦੀ ਦਿਸ਼ਾ ਵੱਲ ਸੰਕੇਤ ਕਰੇ, ਪਹਿਲੀ ਉਂਗਲ ਚੁੰਬਕੀ ਖੇਤਰ ਵੱਲ ਸੰਕੇਤ ਕਰੇ, ਤਾਂ ਪੈਦਾ ਹੋਣ ਵਾਲੇ ਬਲ ਜਾਂ ਲੱਗਣ ਵਾਲੇ ਬਲ ਦੀ ਦਿਸ਼ਾ ਵੱਲ ਅੰਗੂਠਾ ਸੰਕੇਤ ਕਰੇਗਾ। ਫਲੈਮਿੰਗ ਦੇ ਖੱਬੇ ਹੱਥ ਨਿਯਮ ਦੀ ਵਰਤੋਂ ਮੋਟਰ ਵਿੱਚ ਕੀਤੀ ਜਾਂਦੀ ਹੈ, ਜਿਸ ਤੋਂ ਸਾਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਮੋਟਰ ਦਾ ਆਰਮੇਚਰ ਕਿਸ ਦਿਸ਼ਾ ਵੱਲ ਘੁੰਮੇਗਾ। ਬਿਜਲਈ ਮੋਟਰ ਇੱਕ ਅਜਿਹਾ ਘੁੰਮਣਸ਼ੀਲ ਯੰਤਰ ਹੈ ਜਿਹੜਾ ਬਿਜਲਈ ਊਰਜਾ ਨੂੰ ਯੰਤਰਿਕ ਊਰਜਾ ਵਿੱਚ ਬਦਲਦਾ ਹੈ ਜਾਂ ਪਰਿਵਰਤਿਤ ਕਰਦਾ ਹੈ। ਇੱਕ ਮੋਟਰ ਵਿੱਚ ਚੁੰਬਕੀ ਖੇਤਰ ਹੁੰਦਾ ਹੈ, ਇੱਕ ਆਰਮੇਚਰ ਜਿਸ ਨੂੰ ABCD ਦੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ। ਇਸ ਵਿੱਚ ਦੋ ਵਿਭੇਦਿਤ ਛੱਲੇ ਭਾਵ ਰਿੰਗਸ ਹੁੰਦੇ ਹਨ ਜੋ ਅੱਗੋਂ ਬ੍ਰਸ਼ ਦੇ ਨਾਲ ਜੁੜੇ ਹੋਏ ਹੁੰਦੇ ਹਨ। ਇਹਨਾਂ ਬ੍ਰਸ਼ ਨੂੰ ਅੱਗੋਂ ਬੈਟਰੀ ਅਤੇ ਕੀ ਦੇ ਨਾਲ ਜੋੜਿਆ ਜਾਂਦਾ ਹੈ। ਮੋਟਰ ਦੀ ਵਰਤੋਂ ਪੱਖਿਆਂ, ਰੈਫਰੀਜਰੇਟਰ ਭਾਵ ਫਰਿੱਜਾਂ, ਮਿਕਸੀ, ਵਾਸ਼ਿੰਗ ਮਸ਼ੀਨ, ਕੰਪਿਊਟਰ ਆਦਿ ਵਿੱਚ ਕੀਤੀ ਜਾਂਦੀ ਹੈ। ਇਸ ਦੇ ਮੁੱਖ ਭਾਗਾਂ ਬਾਰੇ ਜਾਣਕਾਰੀ ਅਸੀਂ ਪਹਿਲਾਂ ਹੀ ਪ੍ਰਾਪਤ ਕਰ ਚੁੱਕੇ ਹਾਂ। ਬਿਜਲੀ ਚੁੰਬਕ ਪ੍ਰੇਰਣ। ਪਿਆਰੇ ਬੱਚਿਓ, ਮਾਈਕਲ ਫੈਰਾਡੇ ਵੱਲੋਂ ਪ੍ਰਯੋਗ ਰਾਹੀਂ ਇਹ ਸਿੱਧ ਕੀਤਾ ਗਿਆ ਸੀ ਕਿ ਕਿਸੇ ਬੰਦ ਸਰਕਟ ਵਿੱਚ ਬਿਨਾਂ ਬੈਟਰੀ ਦੀ ਵਰਤੋਂ ਦੇ ਨਾਲ ਵੀ ਬਿਜਲਈ ਧਾਰਾ ਉਤਪੰਨ ਕੀਤੀ ਜਾ ਸਕਦੀ ਹੈ। ਇਸ ਨੂੰ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਵੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਪੈਦਾ ਹੋਈ ਬਿਜਲਈ ਧਾਰਾ ਨੂੰ ਪ੍ਰੇਰਿਤ ਬਿਜਲਈ ਧਾਰਾ ਕਹਿੰਦੇ ਹਨ। ਇਸ ਬਿਜਲਈ ਧਾਰਾ ਨੂੰ ਗਲਵੈਨੋਮੀਟਰ ਨਾਲ ਮਾਪਿਆ ਜਾ ਸਕਦਾ ਹੈ। ਪ੍ਰੇਰਿਤ ਬਿਜਲਈ ਧਾਰਾ ਦੀ ਦਿਸ਼ਾ ਨੂੰ ਫਲੈਮਿੰਗ ਦੇ ਸੱਜੇ ਹੱਥ ਨਿਯਮ ਨਾਲ
ਪਤਾ ਕੀਤਾ ਜਾ ਸਕਦਾ ਹੈ। ਇਸ ਨਿਯਮ ਅਨੁਸਾਰ ਜੇਕਰ ਅੰਗੂਠਾ, ਪਹਿਲੀ ਉਂਗਲ ਅਤੇ ਵਿਚਕਾਰਲੀ ਉਂਗਲ ਅਭਿਲੰਬ ਰੂਪ ਵਿੱਚ ਹੋਣ ਅਤੇ ਪਹਿਲੀ ਉਂਗਲ ਚੁੰਬਕੀ ਖੇਤਰ ਵੱਲ ਸੰਕੇਤ ਕਰੇ, ਅੰਗੂਠਾ ਚਾਲਕ ਦੀ ਗਤੀ ਵੱਲ ਸੰਕੇਤ ਕਰੇ, ਤਾਂ ਵਿਚਕਾਰਲੀ ਉਂਗਲ ਪ੍ਰੇਰਿਤ ਬਿਜਲਈ ਕਰੰਟ ਜਾਂ ਬਿਜਲਈ ਧਾਰਾ ਵੱਲ ਸੰਕੇਤ ਕਰੇਗੀ। ਫਲੈਮਿੰਗ ਦੇ ਸੱਜੇ ਹੱਥ ਦੀ ਵਰਤੋਂ ਬਿਜਲਈ ਜਨਰੇਟਰ ਵਿੱਚ ਕੀਤੀ ਜਾਂਦੀ ਹੈ। ਬਿਜਲਈ ਜਨਰੇਟਰ ਇੱਕ ਅਜਿਹਾ ਯੰਤਰ ਹੈ ਜੋ ਯੰਤਰਿਕ ਊਰਜਾ ਨੂੰ ਪਰਤਵੀਂ ਬਿਜਲਈ ਧਾਰਾ ਵਿੱਚ ਪਰਿਵਰਤਿਤ ਕਰਦਾ ਹੈ। ਇਹ ਪੈਦਾ ਕੁਝ ਨਹੀਂ ਕਰਦਾ, ਪਰੰਤੂ ਇੱਕ ਊਰਜਾ ਨੂੰ ਦੂਸਰੀ ਊਰਜਾ ਵਿੱਚ ਬਦਲਦਾ ਹੈ। ਇਹ ਯੰਤਰਿਕ ਊਰਜਾ ਨੂੰ ਬਿਜਲਈ ਊਰਜਾ ਵਿੱਚ ਬਦਲਦਾ ਹੈ। ਬਿਜਲਈ ਧਾਰਾ ਦੋ ਪ੍ਰਕਾਰ ਦੀ ਹੁੰਦੀ ਹੈ, ਪਰਤਵੀਂ ਭਾਵ AC ਅਤੇ ਸਿੱਧੀ ਭਾਵ DC। ਪਰਤਵੀਂ ਬਿਜਲਈ ਧਾਰਾ ਹਰ ਨਿਸ਼ਚਿਤ ਸਮੇਂ ਬਾਅਦ ਆਪਣੀ ਦਿਸ਼ਾ ਨੂੰ ਬਦਲ ਲੈਂਦੀ ਹੈ। ਘਰ ਵਿੱਚ ਆਉਣ ਵਾਲੀ ਬਿਜਲਈ ਧਾਰਾ ਜਾਂ ਵਰਤੋਂ ਵਿੱਚ ਆਉਣ ਵਾਲੀ ਘਰ ਵਿੱਚ ਵਰਤੀ ਜਾਣ ਵਾਲੀ ਬਿਜਲਈ ਧਾਰਾ ਪਰਤਵੀਂ ਭਾਵ AC ਬਿਜਲਈ ਧਾਰਾ ਹੈ, ਜਦਕਿ ਸੈੱਲਾਂ ਅਤੇ ਬੈਟਰੀਆਂ ਵਿੱਚ ਵਰਤੀ ਜਾਣ ਵਾਲੀ ਬਿਜਲਈ ਧਾਰਾ ਸਿੱਧੀ ਬਿਜਲਈ ਧਾਰਾ ਹੁੰਦੀ ਹੈ। ਘਰੇਲੂ ਬਿਜਲਈ ਸਰਕਟ। ਘਰੇਲੂ ਬਿਜਲਈ ਸਰਕਟ ਵਿੱਚ ਇੱਕ ਫਿਊਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਪਿਆਰੇ ਬੱਚਿਓ, ਫਿਊਜ਼ ਇੱਕ ਸੇਫਟੀ ਡਿਵਾਈਸ ਹੈ। ਫਿਊਜ਼ ਨੂੰ ਘਰਾਂ ਵਿੱਚ ਵਰਤਿਆ ਜਾਂਦਾ ਹੈ ਤਾਂ ਜੋ ਸ਼ਾਰਟ ਸਰਕਟ ਜਾਂ ਓਵਰਲੋਡਿੰਗ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ। ਫਿਊਜ਼ ਨੂੰ ਹਮੇਸ਼ਾ ਹੀ ਲਾਈਵ ਵਾਇਰ ਭਾਵ ਅਜਿਹੀ ਤਾਰ ਜਿਸ ਵਿੱਚ ਕਰੰਟ ਹੁੰਦਾ ਹੈ ਉਸ ਨਾਲ ਜੋੜਿਆ ਜਾਂਦਾ ਹੈ। ਲਾਈਵ ਵਾਇਰ ਦਾ ਰੰਗ ਲਾਲ ਹੁੰਦਾ ਹੈ। ਉਦਾਸੀਨ ਵਾਇਰ ਭਾਵ ਤਾਰ ਦਾ ਰੰਗ ਕਾਲਾ ਜਾਂ ਨੀਲਾ ਹੋ ਸਕਦਾ ਹੈ, ਜਦਕਿ ਭੌਂ ਸੰਪਰਕ ਤਾਰ ਦਾ ਰੰਗ ਹਰਾ ਹੁੰਦਾ ਹੈ। ਪਿਆਰੇ ਬੱਚਿਓ, ਉਮੀਦ ਹੈ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਜਲਦੀ ਹੀ ਹੋਰ ਵੀਡੀਓ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ।